अस्सलाम वालेकुम जी, ਸਭ ਦਾ ਵਾਮ ਵੈਲਕਮ। ਸਪੇਨ ਦੇ ਵਿੱਚ ਅੱਜ ਕੱਲ੍ਹ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ, ਮਕਾਨ ਮਿਲਣਾ ਬੜਾ ਹੀ ਔਖਾ ਹੋ ਗਿਆ ਹੈ। ਖਾਸ ਕਰਕੇ ਜਿਹੜੇ ਵੱਡੇ ਸ਼ਹਿਰ ਨੇ, ਬਾਰਸਲੋਨਾ, ਮਾਦਰਿਦ ਵਗੈਰਾ, ਵਲੈਂਸੀਆ, ਇੱਥੇ ਤੇ ਬਹੁਤ ਹੀ ਔਖਾ ਹੋ ਗਿਆ ਹੈ। ਮੈਨੂੰ 13-14 ਸਾਲ ਹੋ ਗਏ ਨੇ ਸਪੇਨ 'ਚ ਰਹਿੰਦਿਆਂ, ਮੈਂ ਇੰਨੇ ਔਖੇ ਹਾਲਾਤ ਮਕਾਨ ਦੇ ਨਹੀਂ ਦੇਖੇ ਹਨ ਜਿੰਨੇ ਹੁਣ ਚੱਲ ਰਹੇ ਨੇ ਸਾਲ 2-3 ਤੋਂ। ਕਿਉਂਕਿ ਹਰ ਗੁਜ਼ਰਦੇ ਦਿਨ ਦੇ ਨਾਲ ਮਕਾਨ ਲੱਭਣਾ ਔਖਾ ਹੋ ਗਿਆ। ਉਹਦੀ ਵਜ੍ਹਾ ਇਹ ਵੀ ਕਿ ਨਾਰਮਲ ਜਿਹੜੇ ਲੋਕਾਂ ਦੇ ਆਪਣੇ ਮਕਾਨ ਨੇ, ਜਿਹੜੇ ਕਿਰਾਏ 'ਤੇ ਦਿੰਦੇ ਨੇ, ਉਹ ਪ੍ਰੈਫਰ ਨਹੀਂ ਕਰਦੇ ਹਨ ਕਿ ਅਸੀਂ ਫੈਮਲੀਜ਼ ਵਗੈਰਾ ਨੂੰ ਦਈਏ। ਕਿਉਂਕਿ ਵੱਡੇ ਸ਼ਹਿਰਾਂ 'ਚ ਹੁਣ ਇਹ ਟਰੈਂਡ ਬਹੁਤ ਜ਼ਿਆਦਾ ਚੱਲ ਰਿਹਾ ਕਿ ਅਸੀਂ ਮਕਾਨ ਜਾਂ ਤਾਂ ਟੂਰਿਸਟ ਨੂੰ ਦਿੰਦੇ ਨੇ ਜਾਂ ਸਟੂਡੈਂਟਸ ਨੂੰ ਦਿੰਦੇ ਨੇ। ਸਟੂਡੈਂਟਸ ਦਾ ਵੀ ਇਹਨਾਂ ਦਾ ਇਹ ਹੁੰਦਾ ਕਿ ਮਤਲਬ ਟੈਂਪਰੇਰੀ ਹੁੰਦਾ, ਕੋਈ ਮੈਕਸੀਮਮ ਰਹੇਗਾ ਅਤੇ 8-9 ਮਹੀਨੇ ਰਹੇਗਾ, ਉਸ ਤੋਂ ਬਾਅਦ ਚਲਾ ਜਾਏਗਾ। ਨਵੇਂ ਸਾਲ ਨया ਕੰਟਰੈਕਟ ਹੋਵੇਗਾ, ਨਏ ਕੰਟਰੈਕਟ ਦਾ ਹਿਸਾਬ ਨਵੇਂ ਕਿਰਾਏ ਦੇ ਨਾਲ ਹੋਵੇਗਾ। ਉਸ ਤੋਂ ਬਾਅਦ ਜਿਹੜੀ ਦੂਸਰੀ ਇੱਕ ਹੋਰ ਵਜ੍ਹਾ ਸਾਡੇ ਬੰਦਿਆਂ ਨਾਲ ਕਿ ਸਾਨੂੰ ਜ਼ਿਆਦਾਤਰ ਪ੍ਰੈਫਰ ਘੱਟ ਕੀਤਾ ਜਾਂਦਾ ਹੈ। ਖਾਸ ਕਰਕੇ ਬਾਰਸਲੋਨਾ ਜਿਹੜੀ ਗੱਲ ਮੈਂ ਨੋਟਿਸ ਕੀਤੀ ਹੈ ਉਹ ਇਹ ਵੇ ਕਿ ਪਹਿਲੇ ਤੋਂ ਉਹ ਕੋਸ਼ਿਸ਼ ਕਰਨਗੇ ਕਿ ਸਪੈਨਿਸ਼ ਅਗਰ ਕਿਸੇ ਫੈਮਿਲੀ ਨੂੰ ਦੇਣਾ ਤਾਂ ਉਸਨੂੰ ਦੇ ਦਈਏ। ਉਸ ਤੋਂ ਬਾਅਦ ਲੈਟਿਨੋ ਹੋ जाएंगे, लैटिन अमेरिका के लोग हो जाएंगे। और उस तो बाद साढ़े आखिर तो हमको इतनी डॉक्यूमेंटेशन ना सख्त कर दी, इतने डॉक्यूमेंट सख्त कर दी कि फैमिली वास्ते मकान लेना बहुत ही औखा हो गया है वे। ਉਸ ਤੋਂ ਬਾਅਦ ਦੂਸਰੀ ਜਿਹੜੀ ਚੀਜ਼ ਜ਼ਿਕਰ ਕਰਨਾ ਸੀ ਉਹ ਐਸੀ ਕਿ ਬਾਅਦ ਲੋਕਾਂ ਕੋਲ ਅਗਰ ਮਕਾਨ ਹੈ ਵੇ ਔਰ ਉਹਨਾਂ ਨੂੰ ਪਤਾ ਹੈ ਕਿ ਅੱਗੋਂ ਉਹਨਾਂ ਵਾਸਤੇ ਕੀ ਮਸਲੇ ਬਣ ਸਕਦੇ ਨੇ, ਅਤੇ ਮਾਲਕ ਮਕਾਨ ਕਿਸ ਤਰ੍ਹਾਂ ਤੁਹਾਨੂੰ ਮਕਾਨ 'ਚੋਂ ਕਰ ਸਕਦਾ ਹੈ ਵੇ, ਔਰ ਉਹ ਕੀ ਕ੍ਰਾਈਟੇਰੀਆ ਹੁੰਦਾ। ਬੇਸਿਕਲੀ ਤਾਂ ਅਗਰ ਤੁਹਾਡਾ ਕੰਟਰੈਕਟ ਇਨ ਵਿਗੋਰ ਹੈ, ਤੁਹਾਡਾ ਕੰਟਰੈਕਟ ਖਤਮ ਨਹੀਂ ਹੋਇਆ, ਕੰਟਰੈਕਟ ਖਤਮ ਨਹੀਂ ਹੋਇਆ, ਅਤੇ ਫਿਰ ਤਾਂ ਮਾਲਕ ਕੱਢ ਨਹੀਂ ਸਕਦਾ। ਕੋਈ ਬਹਾਨਾ ਲਾ ਸਕਦਾ ਕਿ ਜੀ ਤੁਸੀਂ ਜਿਹੜੀ ਸੀ ਸ਼ਰਾਇਤਾਂ ਤੈਅ ਕੀਤੀਆਂ ਸੀ, ਤੁਸੀਂ ਉਹਨਾਂ ਸ਼ਰਾਇਤਾਂ 'ਤੇ ਅਮਲ ਨਹੀਂ ਕੀਤਾ। ਲੇਕਿਨ ਫਿਰ ਵੀ ਦਾ ਤਰੀਕਾਕਾਰ ਹੈ ਕਿ ਮਕਾਨ 'ਚੋਂ ਨਿਕਲਣਾ ਨਹੀਂ ਚਾਹੀਦਾ ਹੈ। ਉਹ ਵੀ ਉਹਦੇ ਬਾਅਦ ਉਹ ਤੁਹਾਡੇ ਦਿਨ ਪਰਚਾ ਕਰਾਏਗਾ, ਉਹ ਪਰਚਾ ਅਦਾਲਤ ਚਲਾ ਜਾਏਗਾ, ਅਦਾਲਤ ਜਾ ਕੇ ਤੁਹਾਨੂੰ ਨੋਟਿਸ ਕੀਤਾ ਜਾਏਗਾ, ਹਾਂ ਜੀ ਇਹ ਮਾਲਕ ਮਕਾਨ ਇਹਨੇ ਪਰਚਾ ਕਰਾਇਆ ਅਤੇ ਤੁਸੀਂ ਆ ਕੇ ਆਪਣਾ ਜਵਾਬ ਦਿਓ। ਮਾਲਕ ਉਹਦੇ 'ਚ ਦੱਸੇਗਾ ਕਿ ਜੀ ਕੰਟਰੈਕਟ ਦੇਖੋ ਖਤਮ ਹੋ ਗਿਆ ਜਾਂ ਇਹਦੀ ਇਹ ਸ਼ਿਕ ਪੂਰੀ ਨਹੀਂ ਹੋਈ ਹੈ। ਮੈਜੋਰਟੀ ਸ਼ਿਕਾਂ ਦੀ ਵਜ੍ਹਾ ਤੋਂ ਇਤਨਾ ਬੰਦੇ ਨਹੀਂ ਨਿਕਲਦੇ, ਲੇਕਿਨ ਜ਼ਿਆਦਾਤਰ ਜਦੋਂ ਬੰਦੇ ਦਾ ਕੰਟਰੈਕਟ ਖਤਮ ਹੋ ਜਾਂਦਾ ਉਸ ਦੇ ਬਾਵਜੂਦ ਲੋਕ ਨਹੀਂ ਨਿਕਲਦੇ, ਅਤੇ ਉਸ ਦਾ ਫਿਰ ਜ਼ਿਆਦਾਤਰ ਫਿਰ ਉਹ ਮਾਲਕ ਦੇ ਹੱਕ 'ਚ ਕੇਸ ਜਾਂਦਾ ਹੈ। ਅਤੇ ਉਹਦੇ ਬਾਅਦ ਫਿਰ ਤੁਹਾਡਾ ਕੇਸ ਚੱਲੇਗਾ, ਸਟੱਡੀ ਹੋਵੇਗਾ। ਉਸ ਤੋਂ ਬਾਅਦ ਜੱਜ ਆਰਡਰ ਦੇਗਾ ਕਿ ਠੀਕ ਹੈ ਜੀ ਤੁਸੀਂ ਇੰਨੇ ਟਾਈਮ ਦੇ ਅੰਦਰ ਮਕਾਨ ਖਾਲੀ ਕਰ ਦਿਓ ਹੈ। ਤਾਂ ਅਗਰ ਤੁਸੀਂ ਫਿਰ ਵੀ ਨਹੀਂ ਖਾਲੀ ਕਰਦੇ ਔਰ ਟਾਈਮ ਗੁਜ਼ਰ ਜਾਂਦਾ ਤਾਂ ਫਿਰ ਦੁਬਾਰਾ ਉਹੀ ਮਾਲਕ ਜਿਹੜਾ ਹੈ ਉਹੀ ਆਰਡਰ ਲੈ ਕੇ ਦੁਬਾਰਾ ਅਦਾਲਤ 'ਚ ਜਾਏਗਾ ਕਿ ਦੇਖੋ ਜੀ ਇਹਨਾਂ ਨੇ ਇਸ ਟਾਈਮ ਦੇ ਉੱਤੇ ਮਕਾਨ ਖਾਲੀ ਨਹੀਂ ਕੀਤਾ ਹੈ, ਅਤੇ ਫਿਰ ਜੱਜ ਦੁਬਾਰਾ ਆਰਡਰ ਦੇਗਾ, ਫਿਰ ਪੁਲਿਸ ਨਾਲ ਆਵੇਗੀ ਔਰ ਉਹ ਖਾਲੀ ਕਰਾਏਗੀ। ਠੀਕ ਹੋ ਗਿਆ। ਲੇਕਿਨ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੁੰਦੀ ਕਿ ਦੇਖੋ ਕਿੰਨਾ ਟਾਈਮ ਲੱਗਦਾ ਹੈ, ਮਹੀਨੇ 15 ਦਿਨ ਦਾ ਤਾਂ ਕੰਮ ਨਹੀਂ ਹੁੰਦਾ ਹੈ। ਦੂਸਰੀ ਗੱਲ ਜਿਹੜੀ ਹੈ ਉਹਦੇ 'ਤੇ ਇਹ ਇੰਪੋਰਟੈਂਟ ਹੁੰਦੀ ਹੈ ਕਿ ਤੁਸੀਂ ਕੇਸ ਹੋ ਸਕਦਾ ਤੁਸੀਂ ਵੀ ਜਿੱਤ ਜੋ ਹੈ, ਤੁਸੀਂ ਆਪਣੀਆਂ ਮਜਬੂਰੀਆਂ ਵੀ ਸ਼ੋਅ ਕਰ ਸਕਦੇ ਹੋ। ਦੇਖੋ ਜੀ ਮੇਰੇ ਬੱਚੇ ਪੜ੍ਹਦੇ ਪਏ ਨੇ, ਮੈਂ ਕਿੱਧਰ ਜਾਵਾਂ, ਮੈਨੂੰ ਮਕਾਨ ਨਹੀਂ ਲੱਭਦਾ ਪਿਆ, ਮੈਨੂੰ ਟਾਈਮ ਦਿੱਤਾ ਜਾਏ, ਔਰ ਮੈਂ ਕਿਰਾਇਆ ਬਕਾਇਦਗੀ ਨਾਲ ਪੇ ਕਰਨਾ ਪਿਆ, ਉਹਦੇ ਵਿੱਚ ਵੀ ਟਾਈਮ ਗੇਨ ਕੀਤਾ ਜਾਂਦਾ। ਇਸ ਗੱਲ ਜਦੋਂ ਵੀ ਇਹੋ ਜਿਹਾ ਕੋਈ ਇਸ਼ੂ ਹੋਵੇ ਪਰੇਸ਼ਾਨ ਨਹੀਂ ਹੋਣਾ ਹੈ। ਤੁਹਾਡੇ ਬਹੁਤ ਜ਼ਿਆਦਾ ਰਾਈਟਸ ਨੇ, ਆਪਣੇ ਰਾਈਟਸ ਨੂੰ ਜਾਣੋ, ਜੀਓ ਹੈ। ਔਰ ਛੋਟੀ ਛੋਟੀ ਗੱਲ 'ਤੇ ਬੰਦਾ ਬਾਅਦ ਲੋਕ ਮਕਾਨ ਛੱਡ ਦਿੰਦੇ ਨੇ ਕਿਉਂਕਿ ਅੱਗੋਂ ਮਕਾਨ ਮਿਲਣਾ ਬਹੁਤ ਔਖਾ ਹੋ ਗਿਆ। ਜਦੋਂ ਵੀ ਮਕਾਨ ਮੁੱਕੇ ਹੈ ਕਿ ਤੁਹਾਡਾ ਕੰਟਰੈਕਟ ਤੋਂ ਇੰਤਜ਼ਾਰ ਕਰੋ, ਆਖੋ ਭਾਈ ਵੇਟ ਕਰੋ ਹੈ, ਮੈਨੂੰ ਮਕਾਨ ਨਹੀਂ ਲੱਭਦਾ ਪਿਆ, ਮੈਂ ਕਿੱਥੇ ਜਾਣਾ। ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼।